Hello everyone, welcome to Man Ma'am classes. I am your teacher Pooja Man here. I hope you all are doing good, fit and fine. हंसते खेलते मुस्कुराते तुसी क्लास अटेंड कर रहे होगे. So we are doing ICSE board English reader class 5 book is Vibrant English Reader 5 lesson number 7 Sindbad and the Valley of Diamonds. Chapter ਆਪਾਂ पढ़ चुके हैं, story ਆਪਾਂ मतलब पढ़ चुके हैं, ਆਪਾਂ ने running comprehension भी कर लिया. इस क्लास च ਆਪਾਂ इस चैप्टर दी बैक एक्सरसाइज कंप्लीट करांगे. तो फिर आप शुरू करते हैं बैक एक्सरसाइज ऑफ दिस चैप्टर. फर्स्ट है कंप्रीहेंशन. आंसर द फॉलोइंग क्वेश्चंस. ਆਪਾਂ ਨੂੰ 7 क्वेश्चन ਦਿੱਤੇ ਆ. छोटे छोटे ਜਿਹੇ क्वेश्चन है, छोटे छोटे ਜਿਹੇ आंसर है. चलो देखते हैं. फर्स्ट है व्हाट डिड सिंदबाद सी व्हेन ही क्लाइंब्ड अ टॉल ट्री. ਜਦੋਂ ਸਿੰਦਬਾਦ ਉਸ ਆइलैंड ਤੇ ਕੱਲਾ ਰਹਿ ਗਿਆ ਸੀ, ਸੋ ਕੇ ਉੱਠਿਆ, ਉਹਨੇ ਦੇਖਿਆ ਮੈਂ ਤਾਂ ਕੱਲਾ ਰਹਿ ਗਿਆ, ਤੇ ਫਿਰ ਉਹਨੇ ਕੀ ਕੀਤਾ, ਇੱਕ ਉੱਚੇ ਲੰਬੇ ਪੇੜ ਤੇ ਚੜ ਕੇ ਦੇਖਿਆ ਆਲੇ ਦੁਆਲੇ, ਤੇ ਉਹਨੇ ਦੇਖਿਆ ਕਿ ਉਹਨੇ ਦੇਖਿਆ ਸੀਗਾ ਇੱਕ ਬਾਲਸ ਟਾਈਪ ਦਾ ਕੁਝ ਪਿਆ ਹੋਇਆ ਸੀ ਜੋ ਕਿ ਚਮਕ ਰਿਹਾ ਸੀ, ਚਿੱਟਾ ਸੀ. When Sindbad climbed a tall tree, he saw a big and dazzling white ball on the island. सेकंड क्वेश्चन है डिस्क्राइब द बिग वाइट बॉल. जो न्यू बिग वाइट बॉल लग रही सी ਉਹਦੇ ਬਾਰੇ ਦੱਸੋ. ਉਹਦੇ ਬਾਰੇ ਕੀ ਦੱਸਾਂਗੇ ਕਿ ਉਹ ਇੱਕ ਵੱਡੀ ਚਿੱਟੀ ਬਾਲ ਸੀ ਜੋ ਕਿ ਚਮਕ ਰਹੀ ਸੀ ਤੇ ਬਹੁਤ ਮੁਲਾਇਮ ਸੀ, ਕਿਉਂਕਿ ਉਹਨੇ ਉਹਨੂੰ ਟੱਚ ਕਰਕੇ ਦੇਖਿਆ ਸੀ, ਹੈ ਨਾ, ਸਲਿਪਰੀ ਸੀ, ਉਹਨੇ ਚੜ ਕੇ ਦੇਖਿਆ ਸੀਗਾ ਤੇ ਉਹਦੇ 'ਚ ਕੋਈ ਓਪਨਿੰਗ ਨਹੀਂ ਸੀ, ਤੇ ਐਕਚੁਅਲ 'ਚ ਉਹ ਕੀ ਸੀ, ਇੱਕ ਜਾਇੰਟ ਬਰਡ ਦਾ ਅੰਡਾ ਸੀ ਜਿਹਦਾ ਨਾਮ ਸੀ ਰੌਕ. The big white ball was smooth, huge and dazzling. It was actually the egg of the giant bird called the rock. Third question है how did Sindbad leave the island. ਸਿੰਦਬਾਦ ਨੇ ਹੁਣ ਆਈਲੈਂਡ ਨੂੰ ਛੱਡਣਾ ਸੀ. ਉਹਨੂੰ ਪਤਾ ਕਿ ਉਹਦੇ ਕੋਲ ਜਹਾਜ਼ ਨਹੀਂ ਹੈ ਤੇ ਉਹ ਕਿੱਦਾਂ ਜਾ ਸਕਦਾ ਹੈ. ਉਹਦਾ ਦਿਮਾਗ ਕੰਮ ਕੀਤਾ ਕਿ ਜੋ ਇਹ ਵੱਡਾ ਇੰਨਾ ਵੱਡਾ ਪੰਛੀ ਹੈ, ਮੈਂ ਆਪਣੀ ਪੱਗ ਨਾਲ ਆਪਣੇ ਆਪ ਨੂੰ ਇਹਦੀ ਲੱਤ ਨਾਲ ਬੰਨ ਲੈਣਾ, ਇਹ ਉੱਡ ਕੇ ਜਾਏਗਾ, ਕਿਤੇ ਜਾ ਕੇ ਰੁਕੇਗਾ, ਮੈਂ ਉੱਥੇ ਆਪਣੇ ਆਪ ਨੂੰ ਛਡਾ ਲਵਾਂਗਾ. ਉਹਨੇ ਉਹੀ ਕੀਤਾ. ਸਿੰਦਬਾਦ tied himself to the rock's leg with his turban. When the rock flew away, it carried Sindbad with it. Fourth question, describe the valley in which Sindbad landed. ਜਿਸ ਖੱਡ ਵਿੱਚ ਜਾ ਕੇ ਸਿੰਦਬਾਦ ਉਤਰਿਆ ਸੀ ਉਹਦੇ ਬਾਰੇ ਦੱਸੋ. ਉਹ ਕਿੱਦਾਂ ਦੀ ਸੀ? ਉਹ ਡੂੰਗੀ ਸੀ, ਹਨੇਰਾ ਸੀ, ਉਹ ਤੰਗ ਸੀਗੀ ਤੇ ਉੱਚੇ ਉੱਚੇ ਪਹਾੜਾਂ ਨਾਲ ਘਿਰੀ ਹੋਈ ਸੀ, ਤੇ ਉਹਦੇ ਵਿੱਚ ਕੀ ਸੀਗਾ, ਬਹੁਤ ਸਾਰੇ ਹੀਰੇ ਸੀਗੇ ਤੇ ਬਹੁਤ ਵੱਡੇ ਵੱਡੇ ਸੱਪ ਵੀ ਸੀਗੇ. The valley was deep, dark and narrow. It was surrounded by high mountains and was full of diamonds and huge snakes. What had he heard about the Valley of Diamonds? ਉਹਨੇ Valley of Diamond ਬਾਰੇ ਕੀ ਸੁਣ ਰੱਖਿਆ ਸੀ? ਉਹਨੇ ਕੀ ਸੁਣ ਰੱਖਿਆ ਸੀਗਾ ਕਿ ਜਿਹੜੇ ਵਪਾਰੀ ਲੋਕ ਹੈ ਉਹ ਘਾਟੀ ਜੋ ਡਾਇਮੰਡ ਦੀ ਵੈਲੀ ਹੈ ਉਹਦੇ ਵਿੱਚ ਮਾਸ ਦੇ ਟੁਕੜੇ ਸੁੱਟਦੇ ਆ, ਤੇ ਹੀਰੇ ਜਿਹੜੇ ਆ ਉਹ ਮਾਸ ਨਾਲ ਚਿਪਕ ਜਾਂਦੇ ਆ ਤੇ ਚੀਲਾਂ ਆਉਂਦੀਆਂ ਨੇ ਤੇ ਮਾਸ ਨੂੰ ਆਪਣੇ ਘੋਂਸਲਿਆਂ ਵਿੱਚ ਲੈ ਜਾਂਦੀਆਂ ਨੇ. ਤੇ ਵਪਾਰੀ ਲੋਕੀ ਕੀ ਕਰਦੇ ਆ, ਉਹ ਜਿਹੜੀਆਂ ਈਗਲਸ ਹੈ ਉਹਨਾਂ ਨੂੰ ਡਰਾ ਕੇ ਭਜਾ ਦਿੰਦੇ ਆ ਤੇ ਉਹ ਜਿਹੜੇ ਹੀਰੇ ਉਹ ਇਕੱਠੇ ਕਰ ਲੈਂਦੇ ਆ. ਸਿੰਦਬਾਦ had heard that merchants threw pieces of meat into the valley. Diamonds stuck to the meat and eagles carried the meat to their nest. Then the merchants collected the diamonds from the nest. How did Sindbad come out of the valley? ਸਿੰਦਬਾਦ ਉਸ ਵੈਲੀ ਤੋਂ ਬਾਹਰ ਕਿੱਦਾਂ ਆਇਆ? ਹੁਣ ਵੈਲੀ ਦੇਖੋ ਕਿੰਨੀ ਡੂੰਗੀ ਸੀ ਕਿ ਉਹਦੇ ਤੋਂ ਬਾਹਰ ਆਣਾ ਇੰਪੋਸੀਬਲ ਸੀਗਾ. ਸਿੰਦਬਾਦ ਨੇ ਆਪਣਾ ਦਿਮਾਗ ਲਗਾਇਆ, ਉਹਨੇ ਦੇਖਿਆ ਮਾਸ ਦੇ ਪੀਸ ਜਿਹੜੇ ਉਹ ਥੱਲੇ ਆ ਰਹੇ ਆ ਤੇ ਜਿਹੜੀਆਂ ਈਗਲਸ ਨੇ ਉਹਨਾਂ ਨੂੰ ਚੱਕਰੀਆਂ ਨੇ. ਉਹਨੇ ਕੀ ਕੀਤਾ, ਇੱਕ ਵੱਡੇ ਸਾਰੇ ਮਾਸ ਦੇ ਪੀਸ ਨੂੰ ਆਪਣੀ ਪਿੱਠ ਨਾਲ ਬੰਨ ਲਿਆ. ਫਿਰ ਤੋਂ ਦੁਬਾਰਾ ਉਹਨੇ ਆਪਣੀ ਟਰਬਨ ਦਾ ਕੱਪੜਾ ਯੂਜ਼ ਕੀਤਾ, ਆਪਣਾ ਮੂੰਹ ਥੱਲੇ ਕਰਕੇ ਉਹ ਪਥਰੀਲੀ ਜਗ੍ਹਾ ਤੇ ਲੇਟ ਗਿਆ. ਉਸ ਤੋਂ ਬਾਅਦ ਕੀ ਹੋਇਆ, ਈਗਲ ਆਈ, ਉਸ ਮਾਸ ਦੇ ਪੀਸ ਨੂੰ ਉਹਨੇ ਚੱਕਿਆ ਤੇ ਆਪਣੇ ਨੈਸਟ ਵਿੱਚ ਲੈ ਗਈ. ਨੈਸਟ ਦੇ ਵਿੱਚੋਂ ਮਰਚੈਂਟਸ ਨੇ ਉਹਨੂੰ ਰੈਸਕਿਊ ਕਰ ਲਿਆ. ਸਿੰਦਬਾਦ tied a huge piece of meat to his back. An eagle carried him to its nest on the mountain and the merchant rescued him. Seventh question है, do you think Sindbad would be happy to stay at home? कि ਤੁਹਾਨੂੰ ਲੱਗਦਾ ਹੈ ਕਿ ਸਿੰਦਬਾਦ ਆਪਣੇ ਘਰ ਵਿੱਚ ਖੁਸ਼ ਰਹੇਗਾ? ਕੀ ਤੁਹਾਨੂੰ ਲੱਗਦਾ ਹੈ ਕਿ ਹਾਂ ਜੇ ਉਹ ਆਪਣੇ ਘਰ ਹੀ ਰਵੇ, ਹੋਰ ਕਿਤੇ ਨਾ ਜਾਵੇ, ਕਿਉਂਕਿ ਬਹੁਤ ਸਾਰੇ ਉਹਦੇ ਕੋਲ ਡਾਇਮੰਡ ਹੈ, ਉਹ ਕੰਫਰਟੇਬਲੀ ਰਹਿ ਸਕਦਾ ਹੈ ਤੇ ਉਹ ਘਰ ਹੀ ਰਵੇ? ਤੁਹਾਨੂੰ ਜੋ ਵੀ ਲੱਗਦਾ ਹੈ, ਅਗਰ ਤੁਹਾਨੂੰ ਲੱਗਦਾ ਹੈ ਹਾਂ ਉਹ ਘਰ ਹੀ ਰਹੇਗਾ ਤਦ ਵੀ ਤੁਸੀਂ ਆਪਣਾ ਰੀਜ਼ਨ ਦੱਸੋ, ਜੋ ਵੀ ਤੁਸੀਂ ਆਨਸਰ ਦੇ ਰਹੇ ਹੋ. ਅਗਰ ਉਹ ਨਹੀਂ ਰਹੇਗਾ ਘਰ ਹੀ ਖੁਸ਼, ਤਦ ਵੀ ਆਪਣਾ ਰੀਜ਼ਨ ਦੱਸੋ. ਮੇਰਾ ਜੋ ਆਨਸਰ ਹੈ ਉਹ ਕਿ ਨਹੀਂ, ਸਿੰਦਬਾਦ ਘਰ ਰਹਿ ਕੇ ਖੁਸ਼ ਨਹੀਂ ਰਹੇਗਾ. ਮੈਂ ਐਕਸਪਲੇਨੇਸ਼ਨ ਕੀ ਦੇ ਰਹੀ ਹਾਂ, ਕਿਉਂਕਿ ਉਸਨੂੰ ਐਡਵੈਂਚਰਸ ਟਰੈਵਲਿੰਗ ਜਾਂ ਦੂਰ ਦਰਾਡੇ ਦੇਸ਼ ਵਿੱਚ ਘੁੰਮਣਾ ਜ਼ਿਆਦਾ ਪਸੰਦ ਹੈ, ਤੇ ਉਹ ਆਪਣੀ ਸਟੋਰੀ ਦੇ ਐਂਡ 'ਚ ਕਹਿੰਦਾ ਵੀ ਹੈ ਕਿ ਉਹ ਲੰਬੇ ਸਮੇਂ ਤੱਕ ਘਰ ਨਹੀਂ ਰਹਿ ਸਕਦਾ ਤੇ ਉਹ ਜਲਦੀ ਹੀ ਦੁਬਾਰਾ
सेल करेगा, मतलब यात्रा ते निकलेगा। सो आप आंसर लिखांगे No, Sindbad would not be happy to stay at home because he loved adventures and traveling to faraway lands. At the end of the story, he says that he cannot stay at home for long and will soon sail again. Question answer खत्म हो गए। Next आ गया साडे कोल creative inspiration। ਹੁਣ ਆਪਾਂ ਸਟੋਰੀ ਪੜ੍ਹ ਲਈ। ਸਟੋਰੀ 'ਚ ਕੀ ਸੀਗਾ? ਟ੍ਰੈਜ਼ਰ, ਖਜ਼ਾਨੇ ਦੀ ਗੱਲ ਸੀ। ਉਹ ਹੀਰੇ ਕੀ ਖਜ਼ਾਨਾ ਹੀ ਸੀਗੇ, ਹੈ ਨਾ। ਸੋ ਇਥੇ ਯੂ ਹੈਵ ਹਰਡ ਅਬਾਊਟ ਸਮ ਹਿਡਨ ਟ੍ਰੇਜ਼ਰ, ਤੁਸੀਂ ਕੁਝ ਛੁਪੇ ਹੋਏ ਖਜ਼ਾਨਿਆਂ ਬਾਰੇ ਸੁਣਿਆ ਹੋਵੇਗਾ। ਜਿਸ ਤਰ੍ਹਾਂ ਕਿ ਨਾ ਇੰਡੀਆ 'ਚ ਬਹੁਤ ਸਾਰੀ ਇਦਾਂ ਦੀਆਂ ਜਗ੍ਹਾ ਜਿੱਥੇ ਕਿਹਾ ਜਾਂਦਾ ਕਿ ਖਜ਼ਾਨਾ, ਜਿੱਦਾਂ ਤਾਜ ਮਹਿਲ ਤੇ ਥੱਲੇ ਖਜ਼ਾਨਾ ਛੁਪਿਆ ਹੋਇਆ ਹੈ ਜੀ। ਭਾਨਗੜ ਫੋਰਟ ਹੈ ਜਿਹਨੂੰ ਕਿ ਹੌਂਟਡ ਕਿਹਾ ਜਾਂਦਾ ਹੈ, ਉਹਦੇ 'ਚ ਵੀ ਕਹਿੰਦੇ ਕਿ ਬਹੁਤ ਸਾਰਾ ਖਜ਼ਾਨਾ ਹੈ। ਮਤਲਬ ਕੋਈ ਵੀ ਰਾਜਾ ਹੈ, ਮਹਾਰਾਜਿਆਂ ਦੀ ਜਗ੍ਹਾ ਹੈ, ਉੱਥੇ ਹੀ ਕਿਹਾ ਜਾਂਦਾ ਕਿ ਇੱਥੇ ਖਜ਼ਾਨਾ ਹੈ। ਕ੍ਰੀਏਟ ਯੋਰ ਓਨ ਟ੍ਰੇਜ਼ਰ ਹੰਟ ਗੇਮ ਐਂਡ ਪਲੇ ਇਟ ਵਿਦ ਯੋਰ ਫਰੈਂਡਸ। ਕੀ ਹੁੰਦਾ ਹੈ ਕਿ ਕੁਝ ਵੀ ਚੀਜ਼ ਤੁਸੀਂ ਛੁਪਾ ਦਿਓ ਤੇ ਦੂਸਰੇ ਲੋਕੀ ਲੱਭਣਗੇ। ਉਸ ਗੇਮ ਨੂੰ ਕਹਿੰਦੇ ਟ੍ਰੇਜ਼ਰ ਹੰਟ। ਸੋ ਤੁਸੀਂ ਆਪਣੀ ਕੋਈ ਏਦਾਂ ਦੀ ਗੇਮ ਕ੍ਰੀਏਟ ਕਰਨੀ ਹੈ ਤੇ ਤੁਹਾਡੇ ਦੋਸਤਾਂ ਨਾਲ ਖੇਡਣੀ ਹੈ। ਪ੍ਰੀਪੇਅਰ ਦ ਵਰਡ ਕਲੂਜ਼। Think of some obstacles that have to be tackled. Obstacles ਕੀ ਹੁੰਦੀ ਹੈ ਕਿ ਤੁਸੀਂ ਕੋਈ ਕਲੂ ਦੱਸਣਾ ਹੈ, ਜਿੱਦਾਂ ਕਿ ਟੇਬਲ ਦੇ ਉੱਤੇ ਹੈ ਜਾਂ ਘੜੀ ਦੇ ਪਿੱਛੇ ਹੈ ਜਾਂ ਬੁੱਕ ਸ਼ੈਲਫ ਦੇ ਨੇੜੇ ਤੇੜੇ ਹੈ, ਇਦਾਂ ਦੀ ਦੇਣੀ ਹੈ। ਸਿੰਪਲ ਕਲੂ ਹੋ ਗਏ। Obstacles ਕਿ ਤੁਸੀਂ ਰਿਡਲ ਬਣਾ ਦੋਗੇ ਕਿ ਇੱਥੇ ਕੁਝ ਰਿਡਲ ਹੈਗੀ, ਉਹਨੂੰ ਸੋਲਵ ਕਰੋ ਤਾਂ ਤੁਹਾਨੂੰ ਅਗਲਾ ਕਲੂ ਮਿਲੇਗਾ। ਇਦਾਂ ਦੇ ਆਬਸਟੈਕਲਸ ਵਗੈਰਾ ਲਗਾ ਕੇ ਤੁਹਾਨੂੰ ਟੈਕਲ ਕਰਨਾ ਹੈ। ਟਰਾਈ ਟੂ ਮੇਕ ਇਟ ਐਜ਼ ਇੰਟਰਸਟਿੰਗ ਐਜ਼ ਪੋਸੀਬਲ। ਇਹਨੂੰ ਜਿੰਨਾ ਮਜ਼ੇਦਾਰ ਬਣਾ ਸਕਦੇ ਹੋ ਉਨਾ ਮਜ਼ੇਦਾਰ ਬਣਾਓ। ਲੁੱਕ ਫॉर ਅ ਗੁੱਡ ਹਾਈਡਿੰਗ ਪਲੇਸ ਫॉर योर ਟ੍ਰੇਜ਼ਰ। ਜੋ ਵੀ ਤੁਸੀਂ ਟ੍ਰੇਜ਼ਰ ਰੱਖਿਆ ਹੈ, ਤੁਸੀਂ ਚਾਕਲੇਟ ਰੱਖੀ ਹੈ, ਕੁਝ ਵੀ ਰੱਖਿਆ ਉਹਦੇ 'ਚ, ਤੁਸੀਂ ਕੀ ਕਰਨਾ ਹੈ, ਉਹਨੂੰ ਬਹੁਤ ਵਧੀਆ ਜਗ੍ਹਾ ਤੇ ਲੁਕਾਣਾ ਹੈ। ਨੈਕਸਟ ਕੀ ਹੈ ਸਾਡੇ ਕੋਲ? When I woke up, it was dark and quiet all around. ਜਦੋਂ ਮੈਂ ਉੱਠਿਆ ਆਲੇ ਦੁਆਲੇ ਬਹੁਤ ਸ਼ਾਂਤ ਸੀ। Write a short story of about 150 to 200 words beginning with these words. Give your story name. ਤੁਸੀਂ ਕੀ ਕਰਨਾ ਹੈ ਕਿ ਇਹ ਵਾਲਾ ਜਿਹੜਾ ਸੈਂਟੈਂਸ ਹੈ ਇਹਦੇ ਤੋਂ ਆਪਣੀ ਸਟੋਰੀ ਸ਼ੁਰੂ ਕਰਨੀ ਹੈ ਔਰ 150 ਤੋਂ 200 ਵਰਡ ਦੀ ਸਟੋਰੀ ਬਣਾਣੀ ਹੈ। ਉਸ ਸਟੋਰੀ ਦਾ ਕੋਈ ਨਾਮ ਵੀ ਦੇਣਾ ਹੈ। ਤੁਸੀਂ ਤਾਂ ਇੱਕ ਸਟੋਰੀ ਬਣਾਓਗੇ, ਉਹਨੂੰ ਕੋਈ ਨਾਮ ਦੋਗੇ ਤੇ ਉਹ ਮੈਨੂੰ ਵੀ ਭੇਜੋਗੇ। ਨੈਕਸਟ ਆ ਗਈ ਸਾਡੇ ਕੋਲ vocabulary. Sindbad was tied to the rock's leg while flying out of the island. ਹੁਣ ਇਹ 'ਚ ਹਾਈਲਾਈਟ ਕੀ ਕੀਤਾ, ਮਤਲਬ ਬੋਲਡ ਕੀਤਾ, ਫਲਾਈਂਗ। ਸਿੰਦਬਾਦ was tied, ਸਿੰਦਬਾਦ ਬੰਨਿਆ ਹੋਇਆ ਸੀ ਰੌਕ ਦੀ ਲੱਤ ਨਾਲ ਜਦੋਂ ਆਈਲੈਂਡ ਤੋਂ ਬਾਹਰ ਉੱਡ ਰਿਹਾ ਸੀ। The giant flying bird blocked out the sun. ਹੁਣ ਇੱਥੇ ਕੀ ਫਲਾਈਂਗ ਅਗੇਨ ਬੋਲਡ ਹੈ, ਪਰ ਇੱਥੇ ਫਲਾਈਂਗ ਬਰਡ ਹੈ। ਬਰਡ ਦੀ ਕੀ ਹੈ ਸਪੈਸ਼ਲਿਟੀ ਦੱਸ ਰਿਹਾ ਕਿ ਬਰਡ ਹੈ ਜੋ ਕਿ ਉੱਡ ਰਿਹਾ ਹੈ, ਮਤਲਬ ਵਿਸ਼ੇਸ਼ਤਾ ਦੱਸ ਰਿਹਾ ਹੈ। ਸੋ ਇਹ ਜੋ ਹੈ ਫਲਾਈਂਗ, ਇਹ ਕੀ ਹੈ? ਇਹ ਵਰਬ ਹੈ। ਇਹ ਕੀ ਹੈ? ਇਹ ਐਡਜੈਕਟਿਵ ਹੈ। ਸੋ ਨੋਟਿਸ ਦ ਯੂਜ਼ ਆਫ ਦ ਵਰਡ ਫਲਾਈਂਗ ਇਨ ਥੀਸ ਸੈਂਟੈਂਸਸ। ਜੋ ਦੋਨੋਂ ਸੈਂਟੈਂਸ ਹੈ ਇਹਦੇ 'ਚ ਜੋ ਇਹਨੂੰ ਨੋਟ ਕਰੋ ਫਲਾਈਂਗ। In the first sentence, it has been used as a verb. जो मैं दसिया कि थे verb की तरह use हो रहा है. In the second sentence, it has been used as an adjective. दूसरे जो adjective की तरह use हो रहा है. As you can see, we can often use a word as both as a verb or as well as an adjective. ਅਸੀਂ ਕੀ ਕਰ ਸਕਦੇ ਹਾਂ? ਕਿਸੇ ਵੀ word ਨੂੰ as a verb भी use कर सकते हैं, adjective भी। कितना करना है? ਉਹ ਆਪਾਂ ਸਿੱਖਾਂਗੇ। ਉਹਦੇ ਲਈ ਸਾਨੂੰ ਪਹਿਲੇ ਪਤਾ ਹੋਣਾ ਚਾਹੀਦਾ ਵਰਬ ਕੀ ਹੁੰਦੀ। ਵਰਬ ਕੀ ਹੁੰਦੀ ਹੈ? A verb is a word that show an action, state or happening. ਪੰਜਾਬੀ ਚ ਆਪਾਂ ਕਹਿੰਦੇ ਹਾਂ ਕਿਰਿਆ। ਜਿਸ ਵਰਡ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਚੱਲਦਾ ਉਹਨੂੰ ਆਪਾਂ ਕਿਰਿਆ ਕਹਿੰਦੇ ਹਾਂ। ਔਰ ਐਡਜੈਕਟਿਵ ਕੀ ਹੁੰਦਾ? An adjective is a word that describes or gives more information about a noun or pronoun. ਜੋ noun ਜਾਂ pronoun ਬਾਰੇ ਹੋਰ ਇਨਫੋਰਮੇਸ਼ਨ ਦੇ ਰਿਹਾ ਹੈ, ਉਸ ਵਰਡ ਨੂੰ ਆਪਾਂ ਕੀ ਕਹਿੰਦੇ ਹਾਂ? ਐਡਜੈਕਟਿਵ, ਜੋ ਡਿਸਕ੍ਰਾਈਬ ਕਰ ਰਿਹਾ ਨਾउन ਐਂਡ ਪ੍ਰੋਨਾउन ਨੂੰ। एग्जाम्पल्स की होंगी देखो, पहले वर्ब की द बेबी इज स्लीपिंग, बच्चा सो रहा है। दूसरा की है द स्लीपिंग बेबी लुक्स क्यूट, सुता होया बच्चा प्यारा लगता है। हुण इत्थे दोनों वर्ड की है स्लीपिंग, पर है की जो पहला है वो की है वो दस रहा है कि बेबी सो रहा है, बेबी दा काम दस रहा है। दूसरा की बेबी बारे दस रहा है कि स्लीपिंग बेबी है। दूसरा की है द गर्ल इज स्माइलिंग, लड़की मुस्कुरा रही है। दूसरा की द स्माइलिंग गर्ल इज माय फ्रेंड, मुस्कुराउंदी कुड़ी मेरी सहेली है। इथे स्माइलिंग गर्ल नु डिस्क्राइब कर रही है और इथे स्माइलिंग गर्ल दा
ਕੰਮ ਦੱਸ ਰਹੀ ਕਿ ਹਾਂ ਗਰਲ ਮੁਸਕਰਾ ਰਹੀ। ਗਰਲ ਕੀ ਕਰ ਰਹੀ? ਮੁਸਕਰਾ ਰਹੀ। ਕਿਹੜੀ ਤੁਹਾਡੀ ਸਹੇਲੀ? ਉਹ ਮੁਸਕਰਾਉਂਦੀ ਹੋਈ ਕੁੜੀ। ਦ ਬॉय ਇਜ਼ ਰਨਿੰਗ ਫਾਸਟ, ਲੜਕਾ ਤੇਜ਼ ਦੌੜ ਰਿਹਾ ਹੈ। ਦ ਰਨਿੰਗ ਬॉय ਫੈਲ ਡਾਊਨ, ਦੌੜਦਾ ਹੋਇਆ ਮੁੰਡਾ ਗਿਰ ਗਿਆ। ਦ ਬਰਡ ਇਜ਼ ਸਿੰਗਿੰਗ, ਪੰਛੀ ਗਾ ਰਿਹਾ ਹੈ। ਦ ਸਿੰਗਿੰਗ बर्ड इज ब्यूटीफुल, गाउन वाला पंछी सुंदर है। मतलब कि जो आईएनजी वर्ड शो कर रही है एक्शन, वो की है वर्ब है, और जो आईएनजी वर्ड डिस्क्राइब कर रहे हैं नाउन या प्रोनाउन, वो की है एडजेक्टिव है। नेक्स्ट है यूज दीज वर्ड्स as verb and adjectives in sentence of your own। जो सानू word दिते shining, flying, talking, moving, laughing, dancing, इन्हां नू असी verb च भी यूज करना है, adjective भी यूज करना है और sentences बनाने हैं। सब तो पहले आपां बनाने हैं shining दे। आपां पहले की करांगे, sentence बनाने तो पहले आपां इन्हां दे मतलब भी पता करांगे। अगर ऐसे verb है तो giving out light आर ग्लोइंग, मतलब चमकना या रोशनी देना। ਇਹਦਾ सेंटेंस ਕੀ ਹੋਏਗਾ? The stars are shining brightly। एडजेक्टिव ਦੇ ਵਿੱਚ shining ਦਾ मीनिंग ਕੀ ਹੋਏਗਾ? bright and glowing, चमकदार, रोशन। सेंटेंस ਕੀ होएगा? The shining stars looked beautiful। नेक्स्ट ਸਾਡੇ ਕੋਲ है flying, verb, मीनिंग ਕੀ है? moving through the air, उड़ना। The birds are flying in the sky। Flying as adjective, meaning able to fly, moving in the air, उड़न वाला, उड़दा होया। A flying bird sat on the tree। Next है साडे कोल talking, verb, speaking, having a conversation, गल करना, बोलना। The children are talking in the class। Adjective, talking, speaking or able to speak, गल्ला करन वाला, बोलदा होया। The talking parrot amazed everyone। Next है साडे कोल moving, verb, changing position, going from one place to another, हिलना, चलना, एक जगह तो दूसरी जगह जाना। The train is moving slowly। Moving as adjective, meaning that is in motion, चलदा होया, हिलदा होया। सेंटेंस होएगा The moving car stopped suddenly। Next है laughing as a verb, making sounds because of happiness or amusement, हंसना, खुशी नाल। The girls are laughing loudly। Laughing as adjective, smiling and laughing, हंसा होया, खुशी नाल हंसन वाला, मुस्कुरांदा होया। The laughing children played in the park। Next and last है dancing as a verb, moving the body to music, नचना। The girl is dancing on the stage। Dancing as adjective, performing a dance, नचदा होया, नचन वाला। The dancing girl won the prize। Next vocabulary दा part है we often join two words to form new words। ਅਸੀਂ ਕੀ ਕਰਦੇ ਹਾਂ, ਦੋ word जोड़ के एक नवा word बना लेने हैं। सो जिद्दां कि इत्थे far plus away बन गया far away। far ਦਾ मतलब दूर है ना, away ਦਾ मतलब भी दूर है, far away बहुत दूर। एक ही बन गया, ये हो गया कंपाउंडिंग वर्ड। कंपाउंडिंग वर्ड दी डेफिनेशन की है, अ कंपाउंड वर्ड इज अ वर्ड मेड बाय जॉइनिंग टू और मोर वर्ड्स टू क्रिएट अ न्यू मीनिंग। तो अलग अलग वर्ड मिला के एक नवा मीनिंग बना लेना, ਉਹਨੂੰ ਕਹਿੰਦੇ ਆਪਾਂ ਕੰਪਾਊਂਡਿੰਗ ਵਰਡ। ਜਿੱਦਾਂ ਕਿ ਸਨ ਪਲੱਸ ਫਲਾਵਰ। ਹੁਣ ਸਨ ਦਾ ਮਤਲਬ ਸੂਰਜ, ਫਲਾਵਰ ਦਾ ਮਤਲਬ ਫੁੱਲ ਹੈ। ਜਦੋਂ ਆਪਾਂ ਪੂਰਾ ਪੜ੍ਹਦੇ ਹਾਂ ਇਹਨੂੰ, सनफ्लावर मतलब सूरजमुखी। नेक्स्ट फुटबॉल, फुट पैर, बॉल गेंद, फुटबॉल एक गेम है। क्लास जो भी ताड़ी क्लास है, रूम कमरा, क्लासरूम जिथे सारी क्लास बैठ के पढ़ती है। रेन बारिश, बो धनुष, रेनबो इनू आपां कहने आ इंद्रधनुष। ब्लैक बोर्ड काला फट्टा, ब्लैक बोर्ड। टूथ ब्रश, टूथ दंद, ब्रश ब्रश हुंदा, टूथ ब्रश। टू वर्ड्स या मोर वर्ड्स, टू और मोर वर्ड्स प्लस वन न्यू मीनिंग। जदों ये सारे प्लस हो गए वन मीनिंग, मतलब कि एक ही है कंपाउंडिंग वर्ड। सो मैच द वर्ड इन टू कॉलम्स। जो सानू ये दो कॉलम च वर्ड दिते, इन्हां नू मैच करना है टू फॉर्म सुटेबल कंपाउंड वर्ड्स। इन्हां तो असीं एक सुटेबल कंपाउंड वर्ड बनाना है। मेक सेंटेंस विद देम। उस कंपाउंड वर्ड तो ਆਪਾਂ सेंटेंस बनाना। जिस तरह के फर्स्ट ਸਾਡੇ ਕੋਲ ड्राइंग। ड्राइंग ਦੇ ਨਾਲ ਕੀ ਬਣੇਗਾ? रूम। ड्राइंग ਦਾ मतलब कि ड्रॉ करना हो गया, कुछ चीज नु ड्रॉ करना। रूम मतलब कमरा, पर ड्राइंग ड्रॉ प्लस ड्राइंग प्लस रूम ਆਪਾਂ कंबाइन करते हैं, बन ਜਾਂਦਾ ड्राइंग रूम। ड्राइंग रूम ਕੀ ਹੁੰਦਾ? रूम फॉर गेस्ट, बैठक, मेहमानां ਦਾ कमरा। ਹੁਣ ਆਪਾਂ ਇਹਦਾ सेंटेंस ਵੀ ਬਣਾ ਲੈਣੇ ਆ। We welcomed our guests into the drawing room। नेक्स्ट है ओवर। ओवर ਦੇ ਨਾਲ ਬਣੇਗਾ come,
ओवर ਦਾ ਮਤਲਬ ਹੁੰਦਾ ਹੈ ਉੱਪਰ, ਕਮ ਦਾ ਮਤਲਬ ਆਣਾ, ਪਰ ਓਵਰ ਪਲੱਸ ਕਮ ਮਿਲ ਕੇ ਬਣ ਜਾਂਦਾ ਹੈ ਓਵਰਕਮ। ਇਹਦਾ ਮੀਨਿੰਗ ਹੈ ਟੂ ਡਿਫੀਟ ਔਰ ਸਕਸੈਸਫੁਲੀ ਡੀਲ ਵਿਦ ਅ ਪ੍ਰੋਬਲਮ, ਕਾਬੂ ਪਾਉਣਾ, ਜਿੱਤ ਹਾਸਿਲ ਕਰਨਾ। ਵੀ ਕੈਨ ਓਵਰਕਮ ਐਵਰੀ ਪ੍ਰੋਬਲਮ ਵਿਦ ਹਾਰਡ ਵਰਕ। ਨੈਕਸਟ ਸਾਡੇ ਕੋਲ ਅੰਡਰਸਟੈਂਡ। ਅੰਡਰ ਦਾ ਮਤਲਬ ਨੀਚੇ, ਸਟੈਂਡ ਦਾ ਮਤਲਬ ਖੜੇ ਹੋਣਾ, ਪਰ ਅੰਡਰਸਟੈਂਡ ਮਿਲ ਕੇ ਬਣ ਜਾਂਦਾ ਹੈ to know the meaning of something, समझना। I can easily understand this lesson। Next है hard, hardship। hard ਦਾ ਮਤਲਬ ਹੁੰਦਾ ਹੈ ਸਖਤ, ship ਦਾ ਮਤਲਬ ਹੁੰਦਾ ਹੈ ਜਹਾਜ਼, और दोनों hard plus ship मिलके बनाते हैं hardship। ਇਹਦਾ meaning है difficult or suffering, कठिनाई, मुश्किल। The poor family faced many hardships। नेक्स्ट ਸਾਡੇ ਕੋਲ डाउन। डाउन ਦਾ ਮਤਲਬ ਨੀਚੇ, हिल ਦਾ ਮਤਲਬ पर्वत, पहाड़। डाउन प्लस हिल, downhill, moving towards the lower place, ढलान पल हेठां वल। The children ran downhill quickly। नेक्स्ट आ गया head plus एक, headache, head सिर, एक दर्द, headache सिर दर्द। pain in the head सिर दर्द, I have a headache today। नेक्स्ट है hair, ਇਹਦੇ ਨਾਲ ਬਣੇਗਾ brush। हेयर बाल, ब्रश ब्रश है, हेयर प्लस ब्रश बन गया हेयर ब्रश, जिन्हों ਆਪਾਂ ਕੰਘੀ ਵੀ ਕਹਿ ਲੈਂਦੇ ਆ। A brush used for combing hair, ਵਾਲਾਂ ਦਾ ਬੁਰਸ਼। She used a hairbrush every morning। Next ਆ ਗਈ ਸਾਡੇ ਕੋਲ grammar। Read these two sentences carefully। ਹੁਣ ਸਾਡੇ ਕੋਲ ਦੋ sentence ਹੈ। I climbed a tall tree। ਮੈਂ ਚੜਿਆ, ਕਿੱਥੇ ਚੜਿਆ? ਇੱਕ ਉੱਚੇ ਪੇੜ ਤੇ। ਦੂਜਾ ਕੀ ਹੈ? I climbed quickly। ਮੈਂ ਜਲਦੀ ਜਲਦੀ ਚੜ ਗਿਆ। ਕਿੱਥੇ ਚੜਿਆ? ਕੋਈ ਮਤਲਬ ਨਹੀਂ, ਬਸ ਜਲਦੀ ਜਲਦੀ ਚੜ ਗਿਆ। ਮਤਲਬ ਕਿ ਜਿੱਥੇ ਸਾਨੂੰ ਆਨਸਰ ਮਿਲ ਗਿਆ ਕਿੱਥੇ, ਉਹਦਾ ਮਤਲਬ ਹੈ ਕਿ ਇਹਦੇ ਵਿੱਚ ਆਬਜੈਕਟ ਹੈ, ਜਿੱਥੇ ਨਹੀਂ ਮਿਲਿਆ ਮਤਲਬ ਕਿ ਆਬਜੈਕਟ ਨਹੀਂ ਹੈ। ਇਨ ਬੋਥ ਸੈਂਟੈਂਸਸ ਦ ਸਬਜੈਕਟ ਇਜ਼ I। ਜਦੋਂ ਅਸੀਂ ਦੇਖਦੇ ਹਾਂ ਇਹ ਸਾਡੇ ਕੋਲ ਹੈ ਸਬਜੈਕਟ, ਇਹ ਹੈਗਾ I। ਇਨ ਦ ਫਰਸਟ ਸੈਂਟੈਂਸ ਦ ਆਬਜੈਕਟ of the verb is tall tree। ਜੋ tall tree ਹੈ ਇਹ ਕੀ ਹੈ? ਇਹ ਆਬਜੈਕਟ ਕਿਹਦੇ ਲਈ? verb ਦੇ ਲਈ। The object of the verb is a part of a predicate। It answered the questions formed with who or what plus the verb। जो verb ਦਾ ਆਨਸਰ ਹੈ I climb, ਕਿੱਥੇ ਚੜਿਆ, ਮਤਲਬ ਕਿ ਚੜਿਆ ਦਾ ਆਨਸਰ ਕਿੱਥੇ ਕੀ ਹੈ? tall tree। ਮੈਂ ਚੜਿਆ, ਕਿੱਥੇ ਚੜਿਆ? ਉੱਚੇ ਪੇੜ ਤੇ। ਇਹਦਾ ਮਤਲਬ ਕਿ ਇੱਥੇ ਕੀ ਹੈ ਸਾਡੇ ਕੋਲ? ਇਹ ਆਬਜੈਕਟ ਹੈ। In the second sentence the verb climbed has no object। ਹੁਣ ਇੱਥੇ climbed ਇੱਥੇ ਔਰ ਸਾਡੇ ਕੋਲ ਆਬਜੈਕਟ ਨਹੀਂ ਹੈ। ਜਲਦੀ ਜਲਦੀ ਚੜਿਆ ਮਤਲਬ verb ਦਾ adverb ਹੈ ਪਰ ਆਬਜੈਕਟ ਨਹੀਂ ਹੈ। When the verb in the sentence take an object to complete its sense, it is called a transitive verb। ਜਦੋਂ ਕੋਈ sentence ਆਪਣਾ ਪੂਰਾ meaning ਲਈ ਇੱਕ object ਲੈਂਦੀ ਹੈ, ਮਤਲਬ ਪੂਰਾ ਅਰਥ ਸਮਝਾਉਣ ਲਈ ਉਹਦੇ ਕੋਲ ਇੱਕ object ਹੁੰਦਾ ਹੈ, ਮਤਲਬ ਕਿ ਉਹ transitive verb ਹੈ। ਪਰ ਜੇ ਕੋਈ sentence ਹੈ ਜਿਹਦੇ ਕੋਲ object ਨਹੀਂ ਹੈ, verb ਜਿਹੜੀ ਉਹ ਆਪਣੇ ਆਪ ਚ complete ਕਰ ਦਿੰਦੀ sentence ਨੂੰ, ਮਤਲਬ ਕਿ ਉਹ intransitive verb ਹੈ। ਸੋ ਅਸੀਂ ਕੀ ਲਿਖ ਸਕਦੇ ਹਾਂ? ਸਬਜੈਕਟ ਪਲਸ ਵਰਬ ਪਲਸ ਆਬਜੈਕਟ, ਇਹ ਸਾਡੇ ਕੋਲ ਹੋ ਗਿਆ ट्रांजिटिव वर्ब। और अगर सब्जेक्ट प्लस वर्ब है और ऑब्जेक्ट नहीं है, ਇਹਦਾ ਮਤਲਬ इंट्रांजिटिव वर्ब है। जिस तरह के I climbed a tall tree ਚ सब्जेक्ट I है, वर्ब climbed है, ऑब्जेक्ट की a tall tree। इंट्रांजिटिव वर्ब ਚ I climbed, I वर्ब climbed, quickly की है, ये एडवर्ब है। नेक्स्ट की है write whether the verb in this sentence are transitive or intransitive। underline the object। ਸਾਨੂੰ ਜਿਹੜੇ ਇਹ 10 sentence ਦਿੱਤੇ ਇਹਦੇ ਚੋਂ ਪਤਾ ਕਰਨਾ ਹੈ ਕਿ ਜੋ verb ਹੈ ਇਸ sentence ਚ ਉਹ transitive ਹੈ ਜਾਂ intransitive ਹੈ। ਜਿਸ ਤਰ੍ਹਾਂ ਪਹਿਲਾ ਹੈ ਸਿੰਦਬਾਦ began his story। ਸਿੰਦਬਾਦ began ਕੀ begin ਕੀਤਾ? ਆਪਣੀ ਕਹਾਣੀ। so his story is object और एक ही है transitive word। suddenly the sky became dark। अचानक आसमान काला हो गया। ये की है? डार्क की है, स्काई दा एडजेक्टिव है, मतलब इथे ऑब्जेक्ट नहीं है, सो इंट्रांसिटिव वर्ब है। वी हिट द ग्राउंड हार्ड। द ग्राउंड इच ऑब्जेक्ट है और एक ही है ट्रांसिटिव वर्ब है। आई सा स्पार्कलिंग डायमंड हियर एंड देयर। इच आई सा की देखिया स्पार्कलिंग डायमंड्स, सो एक ही है ट्रांसिटिव वर्ब है। ऑब्जेक्ट साडे कोल आ गया जो अंडरलाइन है। आई वॉक अप इन द मॉर्निंग। इच मैं उठ गया सवेर नू। क्यों उठ्या, किद्दां उठ्या, किथे उठ्या, ये नहीं है ना, मतलब ये इंट्रांसिटिव वर्ब है, ये ऑब्जेक्ट नहीं है। I stuffed my bag। मैं भर लिया, की भर लिया? मेरा बैग। with some very fine diamonds। so एक ही है, ये ट्रांजिटिव वर्ब है। I saw a strange thing।
अ स्ट्रेंज थिंग की है, ऑब्जेक्ट है, सोए की है, ट्रांजिटिव वर्ब है। द रॉक फेल asleep, रॉक कुड़ी नींद सो गया। कित्थे सुत्ता, कदों सुत्ता, क्यों सुत्ता, सोए की है, इंट्रांजिटिव वर्ब, क्योंकि ये ऑब्जेक्ट नहीं है। I found a small cave and crawled inside. I found a small cave. एक ही है, ਇਹ ट्रांजिटिव वर्ब है। अच्छा, ਇਹਦੇ ਵਿੱਚ ਦੇਖੋ ਦੋ ਸੈਂਟੈਂਸ ਹੈ, ਦੋ ਸੈਂਟੈਂਸ ਇੱਥੇ ਤੱਕ ਇੱਕ ਸੈਂਟੈਂਸ ਹੋ ਗਿਆ, ਦੂਸਰਾ ਇਹ ਸੈਂਟੈਂਸ crawled inside, ਅੰਦਰ ਚਲਾ ਗਿਆ। ਇਹਦੇ ਵਿੱਚ ਕੀ crawled inside, inside ਕੀ ਹੈ, ਐਡਵਰਬ ਹੈ। ਸੋ ਇੱਥੇ ਤੇ ਸਾਨੂੰ नहीं दिख रहा कोई ऑब्जेक्ट, सो ये की होगी, ए इंट्रांजिटिव होगी। नेक्स्ट है जे, आई विल अगेन सेल टू फार अवे लैंड्स, मैं दोबारा तो दूर दराटे जमीना ते जावांगा या सेल करांगा। एक ही है, इहदे कोई भी ऑब्जेक्ट नहीं, इसलिए इंट्रांजिटिव है। नेक्स्ट है द एपोस्ट्रोफी इज यूज, जो एपोस्ट्रोफी यूज कीती है। एपोस्ट्रोफी की ਹੁੰਦਾ ਹੈ ਕਿ ਜਦੋਂ ਕਿਸੇ ਚੀਜ਼ ਦਾ ਪੋਜੈਸ਼ਨ, ਕਿ ਕਿਸੇ ਦੀ ਚੀਜ਼ ਹੈ, ਜਿੱਦਾਂ ਸਿੰਦਬਾਦ ਸਟੋਰੀ ਹੈ ਕਿਹਦੀ, ਸਿੰਦਬਾਦ ਦੀ, ਠੀਕ ਹੈ, ਉਦੋਂ ਆਪਾਂ ਐਪੋਸਟ੍ਰੋਫੀ ਲਗਾਉਂਦੇ ਆ। ਟੂ ਰਾਈਟ ਵਰਬ ਇਨ ਸ਼ਾਰਟ ਫਾਰਮ, ਜੋ ਇਟ ਇਜ਼ ਜਿੱਦਾਂ ਉਹਨੂੰ ਸ਼ਾਰਟ ਇਟਸ ਕਰਦਾ ਹੈ। ਯੂ ਆਰ ਨੂੰ ਅਸੀਂ ਕੀ ਕਰਦੇ ਆ, ਯੂ ਆਰ ਐਪੋਸਟ੍ਰੋਫੀ ਲਗਾ ਦਿੰਦੇ। ਟੂ ਰਾਈਟ ਐਨ ਐਗਜ਼ੈਕਟ, ਜਿੱਦਾਂ 6 o'clock, ਐਗਜ਼ੈਕਟ ਸ਼ਾਮ ਦੇ 6 ਵਜੇ ਜਾਂ ਸਵੇਰ ਦੇ 6 ਵਜੇ, ਅਸੀਂ ਉੱਥੇ 6 o'clock, 4 o'clock, 5 o'clock, ਇਸ ਤਰ੍ਹਾਂ ਜਦੋਂ ਐਗਜ਼ੈਕਟ ਟਾਈਮ ਦੱਸਣਾ ਹੈ ਉਦੋਂ ਵੀ ਆਪਾਂ ਐਪੋਸਟ੍ਰੋਫੀ ਲਗਾਉਂਦੇ ਹਾਂ। ਸੋ ਇੱਥੇ ਕੀ, ਇਨਸਰਟ ਦ ਐਪੋਸਟ੍ਰੋਫੀ ਇਨ ਦ ਰਾਈਟ ਪਲੇਸ। ਆਪਾਂ ਸੈਂਟੈਂਸ ਪੜ੍ਹਨੇ ਆ, ਇਹ 'ਚ ਦੇਖਣਾ ਹੈ ਕਿ ਐਪੋਸਟ੍ਰੋਫੀ ਕਿੱਥੇ ਲੱਗਣਾ ਹੈ। ਫਰਸਟ ਕੀ, ਸਿੰਦਬਾਦ ਫਰੈਂਡ ਸਾ ਦ ਬਿਊਟੀਫੁਲ ਡਾਇਮੰਡਸ। ਇੱਥੇ ਦੇਖੋ ਸਿੰਦਬਾਦ ਦੇ ਫਰੈਂਡ ਨੇ, ਸਿੰਦਬਾਦ ਦੇ ਫਰੈਂਡ ਨੇ ਬਿਊਟੀਫੁਲ ਡਾਇਮੰਡ ਦੇਖੇ। ਸੋ ਇੱਥੇ ਕੀ ਆਏਗਾ, ਸਿੰਦਬਾਦ, ਜੋ ਸਿੰਦਬਾਦ ਐਸ ਲਿਖਿਆ ਉਹਦੇ ਵਿੱਚ ਐਪੋਸਟ੍ਰੋਫੀ ਲਿਖਣਾ ਹੈ। Quickly I untied myself from the rock's leg, मैं फटाफट अपने आप ਨੂੰ rock ਦੀ leg ਤੋਂ ਅਲੱਗ ਕੀਤਾ। rock ਦੀ leg, so ਇੱਥੇ ਕੀ ਹੋਏਗਾ, rocks, ROC apostrophe S। next ਹੈ ਸਿੰਦਬਾਦ was dropped into the eagle's nest, ਸਿੰਦਬਾਦ ਨੂੰ ਈਗਲ ਦੇ ਘੋਂਸਲੇ ਵਿੱਚ ਸੁੱਟਿਆ ਗਿਆ ਸੀਗਾ। so ਇੱਥੇ ਕੀ, eagles, eagle apostrophe S। then the children's party will begin at 4 o'clock, ਬੱਚਿਆਂ ਦੀ ਪਾਰਟੀ 4 ਵਜੇ ਸ਼ੁਰੂ ਹੋਵੇਗੀ। so ਇੱਥੇ ਕੀ ਆਏਗਾ, children's, children apostrophe S। next ਕੀ, रजनीकांत was a bus conductor before he became an actor, कि रजनीकांत एक्टर बनने तो पहले एक बस कंडक्टर सी ना, इसलिए इथे wasn't he, so इथे आएगा was an apostrophe T। next is Sachin's bat was auctioned for a great deal of money, इथे सचिन ते बैट दी ऑक्शन हुई है, इस करके पोजेशन आ गया सचिन दा, so सचिन apostrophe S। next is you are going to be late for school, you apostrophe RE, you are going to be late for school। नेक्स्ट आ गया साडे कोल कम्युनिकेशन। हुण कम्युनिकेशन च सब तो पहले हैगी ताडी ग्रुप डिस्कशन। यू आर टेलिंग अ फ्रेंड अबाउट सिंदबाद, तुसी अपने किसी दोस्त ਨੂੰ ਸਿੰਦਬਾਦ ਦੇ ਬਾਰੇ ਦੱਸ ਰਹੇ ਹੋ। ਹਾਊ ਵਿਲ ਯੂ ਡਿਸਕ੍ਰਾਈਬ ਹਿਮ, ਤੁਸੀਂ ਉਹਨੂੰ ਕਿਸ ਤਰ੍ਹਾਂ ਡਿਸਕ੍ਰਾਈਬ ਕਰੋਗੇ, ਤੁਸੀਂ ਕਿੱਦਾਂ ਦੱਸੋਗੇ ਕਿ ਸਿੰਦਬਾਦ ਕਿੱਦਾਂ ਦਾ ਸੀਗਾ। ਅੱਛਾ ਚਲੋ ਮੈਨੂੰ ਤੁਸੀਂ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸਿੰਦਬਾਦ ਕਿੱਦਾਂ ਦਾ ਸੀਗਾ। ਮੇਰੇ ਹਿਸਾਬ ਨਾਲ ਸਿੰਦਬਾਦ ਇੱਕ ਐਡਵੈਂਚਰਸ ਸੇਲਰ ਸੀ, ਉਹਨੂੰ ਟਰੈਵਲਿੰਗ ਜਾਂ ਦੂਰ ਦੀ ਜਗ੍ਹਾ ਤੇ ਜਾਣਾ, ਨਵੀਂ ਚੀਜ਼ਾਂ ਡਿਸਕਵਰ ਕਰਨੀਆਂ ਬਹੁਤ ਪਸੰਦ ਸੀਗੀਆਂ। ਉਹ ਚਲਾਕ ਵੀ ਸੀਗਾ ਤੇ ਉਹ ਕਦੀ ਵੀ ਆਪਣੀ ਹੋਪ ਨਹੀਂ ਗਵਾਉਂਦਾ ਸੀ, ਮਤਲਬ ਹਮੇਸ਼ਾ ਉਮੀਦਾਂ ਕਰਦਾ ਸੀ, ਹਮੇਸ਼ਾ ਪੋਜ਼ਿਟਿਵ ਰਹਿੰਦਾ ਸੀ, ਚਾਹੇ ਕਿੰਨੀ ਵੀ ਡਿਫਿਕਲਟ ਸਿਚੁਏਸ਼ਨ ਆ ਜਾਏ। ਕਿ ਚਾਹੇ ਉਹ ਜਿੱਦਾਂ ਵੈਲੀ ਆਫ ਡਾਇਮੰਡ ਚ ਗਿਆ, ਉਹਨੇ ਪਹਿਲੇ ਆਪਣੇ ਲਈ ਸੇਫ ਜਗ੍ਹਾ ਲੱਭੀ, ਫਿਰ ਅਗਲੇ ਦਿਨ ਉਹਨੇ ਬਾਹਰ ਨਿਕਲਣ ਲਈ ਟ੍ਰਿਕ ਦੇਖੀ ਕਿ ਜਿੱਦਾਂ ਲੋਕੀ ਉਹ ਸੁੱਟ ਰਹੇ ਆ ਮੀਟ ਦੇ ਪੀਸ, ਉਹਨੇ ਆਪਣੇ ਆਪ ਨੂੰ ਬੰਨਿਆ ਤੇ ਉਹਨੂੰ ਪਤਾ ਸੀਗਾ ਈਗਲ ਮੀਟ ਦਾ ਪੀਸ ਲੈਣ ਆਈਏ ਲੈ ਜਾਏਗਾ। ਮਤਲਬ ਕਿ ਉਹ ਬਹੁਤ ਹੀ ਜ਼ਿਆਦਾ ਬਹਾਦਰ ਸੀਗਾ ਤੇ ਉਹਨੂੰ ਹਰ ਮੁਸੀਬਤ ਚੋਂ ਨਿਕਲਣ ਦੀ ਪੂਰੀ ਪੋਜ਼ਿਟਿਵਿਟੀ ਹੁੰਦੀ ਸੀ ਉਹਦੇ ਚ, ਤੇ ਉਹ ਦਿਆਲੂ ਵੀ ਸੀ ਕਿਉਂਕਿ ਉਹਨੇ ਆਪਣੇ ਲਾਸਟ ਕੀ ਦੱਸਿਆ ਸੀਗਾ ਕਿ ਮੈਂ ਨਾ ਜਿਹੜੇ ਹੀਰੇ ਨਾ ਬਹੁਤ ਹੀ ਆਰਾਮਦਾਇਕ ਜ਼ਿੰਦਗੀ ਵੀ ਜੀ ਤੇ ਗਰੀਬਾਂ ਦੀ ਮਦਦ ਵੀ ਕੀਤੀ। ਮਤਲਬ ਕਿ ਉਹ ਕਰੇਜੀਅਸ ਸੀ, ਉਹ ਸਮਾਰਟ ਸੀ, ਉਹ ਕਦੀ ਗਿਵ ਅਪ ਨਹੀਂ ਕਰਦਾ ਸੀ, ਉਹ ਬਹੁਤ ਹੈਲਪਫੁਲ ਵੀ ਸੀਗਾ। ਡੂ ਯੂ ਲਾਈਕ ਟੂ ਰੀਡ ਐਡਵੈਂਚਰ ਸਟੋਰੀਜ਼, ਕੀ ਤੁਹਾਨੂੰ ਇਦਾਂ ਬਹਾਦਰੀਆਂ ਵਾਲੀਆਂ ਕਹਾਣੀਆਂ ਪੜ੍ਹਨੀਆਂ ਪਸੰਦ ਹੈ। ਨੇਮ ਸਮ ਵੈਲ ਨੋਨ ਐਡਵੈਂਚਰ ਸਟੋਰੀਜ਼ ਦੈਟ ਯੂ ਹੈਵ ਰੀਡ, ਅਗਰ ਤੁਸੀਂ ਕੋਈ ਇਦਾਂ ਦੀ ਮੰਨੀ ਪਰਮੰਨੀ ਜਾਂ ਪ੍ਰਸਿੱਧ ਜੀ ਕੋਈ ਐਡਵੈਂਚਰ
एडवेंचर स्टोरी पढ़ी है तो दसो। टेल योर फ्रेंड्स अबाउट देम एंड व्हाई दे शुड रीड दीज स्टोरीज। तुसी जो पढ़ी है ਉਹਦੇ ਬਾਰੇ ਆਪਣੇ ਦੋਸਤਾਂ ਨੂੰ ਦੱਸੋ ਤੇ ਉਹ ਕਿਉਂ ਪੜ੍ਹਨੀ ਚਾਹੀਦੀ ਹੈ ਉਹ ਵੀ ਦੱਸੋ। ਹੁਣ ਜਿੱਦਾਂ ਪਤਾ ਕੀ ਹੈ, ਜਿੰਨੀਆਂ ਵੀ ਟ੍ਰੈਜ਼ਰ ਹੰਟਿੰਗ ਸਟੋਰੀਜ਼ ਹੈ ਜਾਂ ਸਰਵਾਈਵਿੰਗ ਸਟੋਰੀਜ਼ ਹੈ ਉਹ ਸਾਰੀ ਕੀ ਐਡਵੈਂਚਰ ਸਟੋਰੀਜ਼ ਹੀ ਹੈ। ਜਿਸ ਤਰ੍ਹਾਂ ਕਿ ਇੱਕ ਹੈਗੀ ਹੈ ਟ੍ਰੈਜ਼ਰ ਆਈਲੈਂਡ, ਕਿ ਉਹ ਰੋਬਰਟ ਲੂਇਸ ਸਟੀਵਨਸਨ ਵੱਲੋਂ ਲਿਖੀ ਹੋਈ ਹੈ। ਵਧੀਆ ਹੈਗੀ ਉਹਦੇ, ਉਹ ਕੀ ਸਿਖਾਉਂਦੀ ਹੈ? ਫਰੈਂਡਸ਼ਿਪ ਸਿਖਾਉਂਦੀ ਹੈ, ਇੰਟੈਲੀਜੈਂਸ ਸਿਖਾਉਂਦੀ ਹੈ, ਨੈਵਰ ਗਿਵਿੰਗ ਅਪ ਸਿਖਾਉਂਦੀ ਹੈ। ਕਿੰਨੀ ਵੀ ਮੁਸੀਬਤ ਆ ਜਾਏ ਤੁਸੀਂ ਗਿਵ ਅਪ ਨਹੀਂ ਕਰਨਾ ਹੈ। ਐਡਵੈਂਚਰ ਸਭ ਕੁਝ ਸਿਖਾਉਂਦੀ ਹੈ। ਇੱਕ ਹੈਗੀ ਹੈ ਦ ਐਡਵੈਂਚਰ ਆਫ ਟੌਮ ਸॉयर ਬਾਈ ਮਾਰਕ ਟਵੈਨ, ਮੇਰੇ ਖਿਆਲ ਨਾਲ ਹੀ ਨਾਮ ਹੈ ਉਹਦਾ। ਇੱਕ ਰੋਬਿਨਸਨ ਕਰੂਸੋ, ਇਹਦੀ ਤੇ ਕਿਤੇ ਆਪਾਂ ਫੋਟੋ ਵੀ ਲਗਾਈ ਹੈ ਕਿਸੇ ਚੈਪਟਰ 'ਚ, ਜੋ ਲਿਖੀ ਹੈ ਡੈਨੀਅਲ ਡੇਫੋਏ ਨੇ। ਫਿਰ ਇੱਕ ਹੈਗੀ ਹੈ ਗੁਲੀਵਰਸ ਟਰੈਵਲ, ਏਦਾਂ ਕਰਕੇ ਹੈਗੀ ਹੈ। ਫਿਰ ਸਿੰਦਬਾਦ ਦ ਸੇਲਰ ਫਰੋਮ 1001 ਨਾਈਟਸ, ਇਹ ਜਿੱਚ 7 ਸਟੋਰੀਜ਼ ਪੂਰੀਆਂ ਨੇ। ਤੁਸੀਂ ਇਹ ਸਾਰਾ ਕੁਝ ਪੜ੍ਹਨਾ ਕੋਸ਼ਿਸ਼ ਕਰੋ ਕਿ ਤੁਸੀਂ ਬੁੱਕਸ ਪੜ੍ਹਿਆ ਕਰੋ, ਸਟੋਰੀਜ਼ ਪੜ੍ਹਿਆ ਕਰੋ, ਤੁਸੀਂ ਕਾਫੀ ਕੁਝ ਸਿੱਖੋਗੇ, ਇੰਗਲਿਸ਼ ਵੀ ਇੰਪਰੂਵ ਹੋਏਗੀ ਔਰ ਕਾਫੀ ਨੌਲੇਜ ਮਿਲੇਗੀ ਤੁਹਾਨੂੰ। ਨੈਕਸਟ ਸਾਡੇ ਕੋਲ ਪ੍ਰੋਪਰ ਪ੍ਰੋਨਾਂਸੀਏਸ਼ਨ। ਹੁਣ ਇੱਥੇ OW ਦੀ ਦੋ ਡਿਫਰੈਂਟ ਸਾਊਂਡ ਦਿੱਤੇ ਹੋਏ, ਜਿਸ ਤਰ੍ਹਾਂ ਕਿ ਇੱਕ ਹੈਗਾ O ਸਾਊਂਡ, OW ਲੱਗਿਆ ਪਰ ਨਿਕਲਦਾ O, ਜਿੱਦਾਂ ਸ਼ੋ, ਬॉल, ਖਰੋ, ਮੋ, ਸੋ, नो, खरो, ग्रोन, इस सारी की ओ दी आवाज निकल रही है। दूसरा की है OW लिखा होया आवाज की दी है AAU, आउ दी आवाज है। जिस तरह के हाउल, HOWL, ये की है हाउल, SOW, सो, NOW नाउ, HOW हाउ, VOW वाउ, क्राउन, गाउन, गाउन, क्राउन, फ्राउन, ये सारी की है AAU दी आवाज निकल रही है कि इतने OW। नेक्स्ट आ गया away with words. You can add to your vocabulary by using these synonyms. हम synonyms क्यों होंगे? Synonyms होंगे या the words that have same or nearly the same meaning. जिस तरह के देखो beautiful है, beautiful ਦਾ ਮਤਲਬ ਕੀ ਹੁੰਦਾ ਹੈ ਕਿ ਸੁੰਦਰ। ਆਪਾਂ ਸਿੰਪਲੀ ਕਹਿੰਦੇ ਆ ਸੁੰਦਰ, ਤੇ ਉਹਦੇ synonym ਕੀ ਹੈ? pretty. pretty ਦਾ ਮਤਲਬ ਕੀ ਹੈ? ਸੋਹਣੀ, ਪਿਆਰੀ। ਔਰ handsome, handsome voice या जेंट्स वास्ते ਆਪਾਂ यूज करते हैं ਜਿਹੜਾ ਸੋਹਣਾ ਲੱਗ ਰਿਹਾ ਹੋਵੇ, ਪਿਆਰਾ ਲੱਗ ਰਿਹਾ ਹੋਵੇ। ਅਟਰੈਕਟਿਵ, ਜੋ ਕਿ ਆਪਣੇ ਵੱਲ ਅਟਰੈਕਟ ਕਰ ਰਿਹਾ, ਆਕਰਸ਼ਕ ਕਰ ਰਿਹਾ। ਲਵਲੀ, ਪਿਆਰਾ, ਸੁੰਦਰ। ਗੁੱਡ ਲੁਕਿੰਗ, ਸੋਹਣਾ ਦਿਖਣ ਵਾਲਾ। ਗॉर्जियस, ਬਹੁਤ ਹੀ ਸੁੰਦਰ ਜਾਂ ਨੂੰ ਆਪਾਂ ਖੂਬਸੂਰਤ ਕਹਿ ਸਕਦੇ ਹਾਂ। ਮਤਲਬ ਸਾਰਿਆਂ ਦਾ ਮਤਲਬ ਕੀ ਹੈ? ਬਿਊਟੀਫੁਲ। ਇਹ ਸਾਈਨੋਨਿਮ ਹੈ ਨਾ ਬਿਊਟੀਫੁਲ ਦੇ, ਜੋ ਬਿਊਟੀਫੁਲ ਦਾ ਮਤਲਬ ਹੈ ਉਹੀ ਇਹਨਾਂ ਦਾ ਮਤਲਬ ਹੈ ਤਕਰੀਬਨ ਸਾਰਿਆਂ ਦਾ। ਹਿਊਜ, ਹਿਊਜ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਐਕਸਟ੍ਰੀਮਲੀ ਲਾਰਜ ਇਨ ਸਾਈਜ਼, ਬਹੁਤ ਵੱਡਾ ਜਾਂ ਬਹੁਤ ਵਿਸ਼ਾਲ। ਹੁਣ ਬਿਗ, ਬਿਗ ਦਾ ਮਤਲਬ ਕੀ ਹੈ? ਵੱਡਾ। ਇਨੋਰਮਸ ਦਾ ਮਤਲਬ ਬਹੁਤ ਵੱਡਾ। ਇਮੈਂਸ ਦਾ ਮਤਲਬ ਹੈ ਵਿਸ਼ਾਲ। ਵਾਸਟ ਦਾ ਮਤਲਬ ਬਹੁਤ ਫੈਲਿਆ ਹੋਇਆ। ਗਿਗੈਂਟਿਕ ਦਾ ਮਤਲਬ ਹੈ ਬਹੁਤ ਹੀ ਵੱਡਾ ਜਾਂ ਵਿਸ਼ਾਲ। ਸੋ ਸਾਰੇ ਹਿਊਜ ਨਾਲ ਸਿਮਿਲਰ ਹੈਗੇ ਆ। नेक्स्ट टेरिबल, टेरिबल मीन्स के वेरी बैड, फ्राइटनिंग या अनप्लीजेंट, भयानक, डरावना, बहुत ही ज्यादा माड़ा जो अच्छा ना लगे। ऑफुल, बहुत माड़ा। हॉरिबल, भयानक। ड्रेडफुल, डरावना, बहुत ही माड़ा। ये सारे टेरिबल दे साइनोनिम्स है। वंडरफुल, वंडरफुल का मतलब की एक्सट्रीमली गुड, प्लीजेंट और इंप्रेसिव। डिलाइटफुल का मतलब की है मनमोहक, लवली, ਆਪਾਂ ਪਹਿਲੇ ਵੀ ਪੜਿਆ, ਪਿਆਰਾ ਹੈ ਨਾ, ਬਿਊਟੀਫੁਲ ਦੇ ਨਾਲ ਔਰ ਵੰਡਰਫੁਲ ਦੇ ਨਾਲ। ਬਿਊਟੀਫੁਲ ਸਾਈਨੋਨਿਮ ਵੰਡਰਫੁਲ ਦਾ ਵੀ ਹੋ ਸਕਦਾ ਹੈ। ਇੰਜੋਏਬਲ, ਆਨੰਦਦਾਇਕ। ਮਾਰਵਲਸ, ਅਦਭੁਤ। ਰਿਮਾਰਕੇਬਲ, ਕਮਾਲ, ਲਾਜਵਾਬ, ਟੈਰਿਫਿਕ, ਬਹੁਤ ਵਧੀਆ। ਇਹ ਸਾਰੇ ਕਿਹਦੇ ਸਾਈਨੋਨਿਮ ਹੈ? ਵੰਡਰਫੁਲ ਦੇ। नेक्स्ट है सिमिलीज। सिमिलीज का मतलब क्या होता है? सिमिलीज इज अ कंपैरिजन बिटवीन टू थिंग्स यूजिंग द वर्ड एज, फिर अंदर वर्ड आएगा जिसके नाल तुसी कंपैरिजन कर रहे हो एज, और लाइक लिख सकते हैं ਆਪਾਂ। जिस तरह के एज फास्ट एज लाइट, लाइट दी तरह फास्ट, रोशनी जिन्ना तेज। एज ओल्ड एज हिल, पहाड़ा जिन्ना पुराना। एज राउंड एज बैरल, बैरल ਕੀ ਹੁੰਦਾ? ਜਿਹਦੇ ਚ ਜੇ ਇੱਕ ਗੋਲ ਜਿਹੜੇ ਕੰਟੇਨਰ ਹੁੰਦੇ ਨਾ ਉਹਨੂੰ ਬੈਰਲ ਕਹਿੰਦੇ, ਜਿਸ ਚ ਤਕਰੀਬਨ ਆਇਲ ਆਂਦਾ ਜਾਂ ਪਾਣੀ ਰੱਖਿਆ ਜਾਂਦਾ। ਐਸ ਰਾਉਂਡ ਐਸ ਬੈਰਲ, ਪੀਪੇ ਵਾਂਗ ਗੋਲ। ਐਸ ਸ਼ਾਰਪ ਐਸ ਰੇਜ਼ਰ, ਉਸਤਰੇ ਜਿੰਨਾ ਤਿੱਖਾ ਜਾਂ ਬਹੁਤ ਜ਼ਿਆਦਾ ਤੇਜ਼ ਦਿਮਾਗ ਵਾਲਾ ਹੋਵੇ ਉਹਦੇ ਲਈ ਵੀ ਆਪਾਂ ਐਸ ਸ਼ਾਰਪ ਐਸ ਰੇਜ਼ਰ ਯੂਜ਼ ਕਰਦੇ ਹਾਂ। ਐਸ ਸੋਲਿਡ ਐਸ ਰੌਕ, चट्टान वांग मजबूत। एज लाइट एज फीदर, फीदर की ਹੁੰਦੀ ਹੈ? ਪੰਖ, ਜਿਹੜੇ ਪੰਛੀਆਂ ਦੇ ਪਰ ਹੁੰਦੇ ਆ ਨਾ ਉਹਨੂੰ ਕਹਿੰਦੇ ਆਪਾਂ ਫੀਦਰ। ਸੋ
पंखा वांग हल्का, as straight as an arrow, arrow means के तीर, तीर वांग सीधा, as pretty as a picture, तस्वीरा वांग सुंदर, as thick as thieves, ਉੱਥੇ ਇੱਥੇ ਥੀਵ ਚੋਰ ਲਈ ਨਹੀਂ, ਇਹ ਆਪਾਂ ਯੂਜ਼ ਕਰਦੇ ਹਾਂ ਕਿ ਜਿਹੜੇ ਬਹੁਤ ਪੱਕੇ ਦੋਸਤ ਹੁੰਦੇ ਆ, ਵੈਰੀ ਕਲੋਜ਼ ਫਰੈਂਡਸ। ਐਸ ਟਫ ਐਸ ਨੀਲਸ, ਨੀਲਸ ਕੀ ਹੁੰਦੀ ਹੈ, ਕਿਲ ਜਿਹੜੀ ਹੁੰਦੀ ਆ, ਉੱਤੇ ਕਿੰਨੇ ਹਥੌੜੇ ਵੱਜਦੇ ਪਰ ਉਹ ਟੁੱਟਦੀ ਨਹੀਂ ਹੈ, ਉਹ ਟੇਢੀ ਮੇਢੀ ਹੁੰਦੀ ਪਰ ਟੁੱਟਦੀ ਨਹੀਂ, ਮਤਲਬ ਕਿ ਜਿਹੜੀ ਉਹ ਨੇਲ ਹੈ ਉਹਦੇ ਵਾਂਗ ਬਹੁਤ ਸਖਤ ਹੋਣਾ। ਐਸ ਸਵੀਟ ਐਸ ਹਨੀ, ਸ਼ਹਿਦ ਵਾਂਗ ਮਿੱਠਾ, ਐਸ ਡੈਡ ਐਸ ਅ ਡੋਡੋ, ਪੂਰੀ ਤਰ੍ਹਾਂ ਖਤਮ ਜਾਂ ਮਰਿਆ ਹੋਇਆ। ਟਰਾਈ ਟੂ ਥੀਸ ਸਿਮਿਲੀਜ਼ ਕਰੈਕਟਲੀ ਵਾਈਲ ਸਪੀਕਿੰਗ ਔਰ ਰਾਈਟਿੰਗ, ਜਦੋਂ ਤੁਸੀਂ ਬੋਲ ਰਹੇ ਹੋ ਜਾਂ ਲਿਖ ਰਹੇ ਹੋ ਇਹਨਾਂ ਸਿਮਿਲੀਜ਼ ਦੀ ਤੁਸੀਂ ਵਰਤੋਂ ਕਰੋ। ਨੈਕਸਟ ਹੈ ਆਪਣੀ ਇਨ ਕਨਵਰਸੇਸ਼ਨ। ਹੁਣ ਤੁਸੀਂ ਕਨਵਰਸੇਸ਼ਨ ਕਰਨੀ ਹੈ ਇਸ ਟੌਪਿਕ ਤੇ। ਇਹ ਟੌਪਿਕ ਕੀ ਹੈ, ਇੱਥੇ ਇੱਕ ਮਤਲਬ ਛੁੱਟੀਆਂ ਖਤਮ ਹੋਣ ਤੋਂ ਬਾਅਦ ਜੋ ਐਡਵੈਂਚਰਸ ਟ੍ਰਿਪ ਜਾਣਾ ਹੈ ਉਹਦੇ ਬਾਰੇ ਚ ਤੁਹਾਡਾ ਫਰੈਂਡ ਪੁੱਛ ਰਿਹਾ ਕਿ ਤੂੰ ਕੀ ਕਰਨਾ ਹੈ, ਮੈਂ ਤਾਂ ਕਸ਼ਮੀਰ ਜਾਣਾ, ਕਸ਼ਮੀਰ ਜਾ ਕੇ ਕਰਨਾ ਹੈ, ਮੈਂ ਉੱਥੇ ਸਕੀਇੰਗ ਕਰਨੀ ਹੈ, ਠੀਕ ਹੈ। ਉਹਦੇ ਬਾਰੇ ਇਹ ਤੁਸੀਂ ਪੜ੍ਹਨਾ ਹੈ, ਤੁਸੀਂ ਕੋਸ਼ਿਸ਼ ਕਰਨੀ ਕਿ ਆਪਣੇ ਫਰੈਂਡ ਨੂੰ ਨਾਲ ਲੈਣਾ ਹੈ, ਤੁਸੀਂ ਆਪਣਾ ਰੋਲ ਅਦਾ ਕਰਨਾ ਹੈ। ਉਹਨੇ ਜਿੱਦਾਂ ਕਿ ਮੰਨ ਲਓ ਕਿ नव है, नव ए बोलेगी, सीरत ए बोलेगी यू वाला, और बाद च की करेगी, सीरत योर फ्रेंड वाला बोलेगी और नव यू वाला बोलेगी। इस तो अलावा तुसी और भी बहुत अलग टॉपिक ते इस तरह कन्वर्सेशन कर सकते हो इंग्लिश च। ਤੁਸੀਂ ਕੋਈ ਟ੍ਰਿਪ ਤੇ ਗਏ ਸੀਗੇ, ਉਹ ਆ ਕੇ ਤੁਸੀਂ ਆਪਣੇ ਦੋਸਤ ਨੂੰ ਦੱਸ ਸਕਦੇ ਹੋ, ਉਸ ਤੇ ਤੁਹਾਡਾ ਦੋਸਤ ਤੁਹਾਡੇ ਤੋਂ ਕੋਈ ਸਵਾਲ ਪੁੱਛੇ ਤੁਸੀਂ ਜਵਾਬ ਦਿਓ। ਇਸ ਤਰ੍ਹਾਂ ਤੁਸੀਂ ਕਨਵਰਸੇਸ਼ਨ ਕਰਨੀ ਹੈ। ਤੁਸੀਂ ਕਹੋਗੇ ਤੇ ਸਾਰੀ ਕਨਵਰਸੇਸ਼ਨ ਮੈਂ ਪੰਜਾਬੀ ਚ ਦੱਸ ਦਵਾਂਗੀ ਕਿ ਅੱਛਾ ਇਹਦਾ ਮਤਲਬ ਕੀ ਹੈ, ਠੀਕ ਹੈ। ਕੋਈ ਵਰਡ ਮੀਨਿੰਗ ਇਦਾਂ ਦੇ ਹੋਣਗੇ ਜੋ ਟਫ ਹੈ ਉਹ ਵੀ ਮੈਂ ਦੱਸ ਦੂੰਗੀ। ਸੋ ਇਹਦੇ ਨਾਲ ਅੱਗੇ ਆਪਣੇ ਕੋਲ ਆ ਗਈ ਵਰਕਬੁੱਕ, ਮਤਲਬ ਐਕਸਰਸਾਈਜ਼ ਖਤਮ ਹੋ ਗਈ ਹੈ, ਵਰਕਬੁੱਕ ਸ਼ੁਰੂ ਹੋ ਗਈ ਹੈ, ਪਰ ਆਪਾਂ ਕਦੋਂ ਕਰਾਂਗੇ, ਨੈਕਸਟ ਕਲਾਸ ਚ। ਸੋ ਆਪਾਂ ਮਿਲਦੇ ਹਾਂ ਨੈਕਸਟ ਕਲਾਸ ਚ। ਟਿਲ ਦੈਨ ਥੈਂਕ ਯੂ ਫॉर ਵਾਚਿੰਗ, ਲਾਈਕ ਐਂਡ ਸਬਸਕ੍ਰਾਈਬ, ਬਾਏ ਬਾਏ।